ਅਸੀਂ ਇਹਦੇ 'ਚ ਦੇਖਦੇ ਹਾਂ ਕਿ ਜਦੋਂ ਧਾਰਮਿਕ ਦਸ਼ਾ ਦੀ ਗੱਲ ਕਰਦੇ ਹਾਂ ਤਾਂ ਧਰਮ ਦੇ ਵਿੱਚ ਹਮੇਸ਼ਾ ਬੇਟਾ ਬਦਲਾਵ ਆਉਂਦਾ ਹੈ ਔਰ ਸਮੇਂ ਦੇ ਅਨੁਸਾਰ ਰੂਪ ਰੇਖਾਵਾਂ ਬਦਲਦੀਆਂ। ਜਿਵੇਂ ਹੁਣ ਅਸੀਂ ਕੀ ਦੇਖਦੇ ਹਾਂ ਕਿ ਨਵੇਂ ਦੇਵੀ ਦੇਵਤਾ ਆ ਗਏ ਜਿਨ੍ਹਾਂ ਦਾ ਜ਼ਿਕਰ ਸਾਨੂੰ ਰਿਗਵੇਦ 'ਚ ਨਹੀਂ ਮਿਲਦਾ। ਸ਼ਿਵ ਦਾ ਨਹੀਂ ਮਿਲਦਾ, ਬ੍ਰਹਮਾ ਦਾ ਨਹੀਂ ਮਿਲਦਾ, ਵਿਸ਼ਨੂੰ ਦਾ ਨਹੀਂ ਮਿਲਦਾ। ਇਹ ਤਿੰਨ ਦੇਵਤਾ ਜ਼ਿਆਦਾ ਇੰਪੋਰਟੈਂਟ ਹੋ ਗਏ। ਉੱਥੇ ਅਸੀਂ ਕਿਹਦੀ ਗੱਲ ਕਰਦੇ ਹਾਂ? ਵਰੁਣ ਦੀ, ਰੁਦਰ ਦੀ, ਮਿੱਤਰ ਦੀ। ਈਵਨ ਸ਼ਬਦ ਵੀ ਬਦਲ ਜਾਂਦੇ ਨੇ, ਹਾਲਾਂਕਿ ਕੰਮ ਸੇਮ ਰਹਿੰਦੇ ਆ। ਕੋਈ ਸ੍ਰਿਸ਼ਟੀ ਨੂੰ ਪਾਲਣ ਕਰਤਾ ਹੈ, ਕੋਈ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ, ਕੰਮ ਉਹੀ ਰਹਿੰਦੇ ਨੇ, ਲੇਕਿਨ ਉਹਦੀ ਸ਼ਬਦਾਵਲੀ 'ਚ ਫਰਕ ਆ ਜਾਂਦਾ ਹੈ। ਔਰ ਜਿੱਦਾਂ ਜਿੱਦਾਂ ਧਰਮ ਵਿਕਸਿਤ ਹੁੰਦਾ ਹੈ ਉੱਦਾਂ ਬੇਟਾ ਮੰਨਦੇ ਆ ਕਿ ਰੀਤੀ ਰਿਵਾਜ ਵੱਧਦੇ ਆ। ਜਿੱਦਾਂ ਰੀਤੀ ਰਿਵਾਜ ਵੱਧਦੇ ਆ ਤਾਂ ਧਰਮ ਗੁੰਝਲਦਾਰ ਹੋ ਜਾਂਦਾ ਹੈ, ਕਿਉਂਕਿ ਤੁਸੀਂ ਜਿੰਨਾ ਰੀਤੀ ਰਿਵਾਜਾਂ 'ਚ ਪੈਂਦੇ ਹੋ ਓਨਾ ਜ਼ਿਆਦਾ ਗੁੰਝਲਦਾਰ ਹੁੰਦੇ। ਜਦੋਂ ਅਸੀਂ ਕਹਿੰਦੇ ਕਿ ਰਿਵਾਜ ਸਿੰਪਲ ਹੈ ਤਾਂ ਫਿਰ ਬੰਦਾ ਕਹਿੰਦਾ ਕਿ ਇਟਸ ਵੈਰੀ ਸਿੰਪਲ। ਅਤੇ ਜਦੋਂ ਗੁੰਝਲਦਾਰ ਬਣਦਾ, ਜਿਵੇਂ ਅਸੀਂ ਕਿਹਾ ਸੀਗਾ ਕਿ ਉਦਗਾਤਾ ਆ ਗਿਆ, ਗੀਤ ਗਾ ਕੇ ਬੋਲਣਾ, ਤਾਂ ਉਹ ਕਿਸੇ ਖਾਸ ਬੰਦਿਆਂ ਦੇ ਕੋਲੇ ਪਾਵਰ ਚਲੀ ਗਈ ਉਸ ਨੂੰ ਬੋਲਣ ਦੀ। ਤਾਂ ਉਹਦੇ 'ਚ ਕੀ ਹੋਏਗਾ ਕਿ ਜਿਹੜੇ ਬੰਦੇ ਉਸ ਚੀਜ਼ ਨੂੰ ਜਾਣਦੇ ਆ, ਹੁਣ ਜਿਹੜੇ ਮੰਤਰਾਂ ਨੂੰ ਜਾਣਦੇ ਆ, ਜਿਹੜੇ ਮੰਤਰਾਂ ਨੂੰ ਗਾ ਕੇ ਬੋਲਣਾ ਜਾਣਦੇ ਆ, ਤੁਸੀਂ ਉਹਨਾਂ 'ਤੇ ਡਿਪੈਂਡ ਕਰੋਗੇ, ਯਾਨੀ ਬ੍ਰਾਹਮਣਾਂ ਦਾ ਮਹੱਤਵ ਵਧਣਾ ਵੱਧ ਗਿਆ। ਔਰ ਨਾਲ ਦੀ ਨਾਲ ਇਹਦੇ ਦੂਜਾ ਐਸਪੈਕਟ ਵੀ ਚੱਲਦਾ, ਤਪੱਸਿਆ ਵਿੱਚ ਰੁਚੀ ਵੀ ਵੱਧ ਗਈ, ਕਿਉਂਕਿ ਲੋਕ ਇਸ ਗੱਲ ਦੇ ਉੱਤੇ ਵੀ ਫੋਕਸ ਕਰਨਾ ਸ਼ੁਰੂ ਕਰ ਦਿੰਦੇ ਆ। ਔਰ ਇਸੇ ਨੂੰ ਅਸੀਂ ਬੇਟਾ ਦੇਖਦੇ ਹਾਂ ਕਿ ਯੱਗ ਅਤੇ ਬਲੀ ਦਾ ਮਹੱਤਵ, ਯਾਨੀ ਜਿਹੜੀਆਂ ਦੂਸਰੀਆਂ ਧਾਰਮਿਕ ਪ੍ਰਥਾਵਾਂ ਹੁੰਦੀਆਂ ਨੇ ਉਹ ਵੀ ਵੱਧ ਜਾਂਦੀਆਂ ਨੇ। ਜਨਮ 'ਤੇ, ਸ਼ਾਦੀ 'ਤੇ, ਬੱਚੇ ਦੇ ਨਾਮਕਰਨ 'ਤੇ, ਬੱਚੇ ਨੂੰ ਗੁਰੂਕੁਲ 'ਚ ਭੇਜਣ 'ਤੇ, ਬੱਚੇ ਦੇ ਵਾਪਸ ਆ ਕੇ ਵਿਵਾਹ ਸ਼ਾਦੀ ਔਰ ਉਸ ਤੋਂ ਬਾਅਦ ਅਗਲੇ ਸੰਸਕਾਰਾਂ ਦੇ ਉੱਤੇ, ਈਵਨ ਉਹਦੇ ਮਰਨ ਨਾਲ ਸੰਬੰਧਿਤ ਜਿਹੜੇ ਨੇ ਉਹ ਚੀਜ਼ਾਂ ਵਧਣੀਆਂ ਸਟਾਰਟ ਹੋ ਜਾਂਦੀਆਂ। ਔਰ ਜਦੋਂ ਇਹ ਚੀਜ਼ਾਂ ਵੱਧਦੀਆਂ ਨੇ ਤਾਂ ਸਮਾਜ ਵਿੱਚ ਕੁਝ ਨਾ ਕੁਝ ਜਿਹੜੇ ਵੱਡੇ ਪ੍ਰਬੁੱਧ ਵਿਅਕਤੀ ਹੁੰਦੇ ਨੇ ਉਹ ਉਹਦਾ ਵਿਸ਼ਲੇਸ਼ਣ ਵੀ ਕਰਦੇ ਨੇ। ਉਹ ਦਰਸ਼ਨ ਦੇ ਵੱਲ ਵੀ ਜਾਂਦੇ ਨੇ ਕਿ ਜਨਮ ਕੀ ਹੈ, ਮਰਨ ਕੀ ਹੈ। ਇਹ ਚੀਜ਼ਾਂ ਦੇ ਸਵਾਲ ਸਾਨੂੰ ਉਪਨਿਸ਼ਦਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ। ਜਿਵੇਂ ਅਸੀਂ ਬੜਾ ਸਿੰਪਲ ਕਹਿ ਦਿੰਦੇ, ਬੰਦਾ ਜੰਮਦਾ ਕਿਉਂ ਹੈ? ਬੰਦੇ ਦਾ ਜੀਵਨ ਮਰਨ ਦਾ ਚੱਕਰ ਕੀ ਹੈ? ਬੰਦਾ ਮਰਨ ਤੋਂ ਬਾਅਦ ਜਾਂਦਾ ਕਿੱਥੇ ਹੈ? ਕਿੰਨਾ ਵੱਡਾ ਰਹੱਸ ਹੈ। ਆਪਣੇ ਆਪ ਸੋਚ ਕੇ ਦੇਖੋ ਕਿ ਬੰਦੇ ਨੂੰ ਜੇ ਪੁੱਛੇ ਵੀ ਤੂੰ ਜੰਮਣ ਤੋਂ ਪਹਿਲਾਂ ਕਿੱਥੇ ਸੀ, ਉਹਨੂੰ ਨਹੀਂ ਪਤਾ। ਉਹਨੂੰ ਪੁੱਛੇ ਵੀ ਤੂੰ ਜਾਣਾ ਕਿੱਥੇ, ਉਹਨੂੰ ਨਹੀਂ ਪਤਾ। ਹੁਣ ਜੇ ਤੁਸੀਂ ਇਸ ਸਵਾਲ 'ਤੇ ਸੋਚਣ ਲੱਗ ਜਾਓ ਤਾਂ ਤੁਹਾਨੂੰ ਐਂ ਲੱਗਦਾ ਕਿ ਇਹ ਤਾਂ ਬਹੁਤ ਵੱਡਾ ਰਹੱਸ ਹੈ, ਸਮਝ ਹੀ ਨਹੀਂ ਆਉਂਦਾ। ਫਿਰ ਤੁਸੀਂ ਪੁਰਾਣੇ ਇਤਿਹਾਸ ਖੋਲ੍ਹਦੇ ਹੋ, ਰਿਸ਼ੀ ਮੁਨੀਆਂ ਦੀਆਂ ਗੱਲਾਂ ਖੋਲ੍ਹਦੇ ਹੋ ਤਾਂ ਤੁਸੀਂ ਬਹੁਤ ਗਹਿਰਾਈਆਂ ਦੇ ਵਿੱਚ ਜਾਂਦੇ ਹੋ ਵੀ ਇੱਕ ਆਤਮਾ ਹੈ, ਇੱਕ ਪਰਮਾਤਮਾ ਹੈ। ਉਹ ਆਤਮਾ ਜਿਹੜੀ ਹੈਗੀ ਉਹ ਪਰਮਾਤਮਾ ਹੀ ਸਾਰੀਆਂ ਆਤਮਾਵਾਂ ਦੀ ਵੱਡੀ ਆਤਮਾ ਹੈ, ਸਾਰੇ ਉਹਦਾ ਹੀ ਹਿੱਸਾ ਨੇ। ਉਹ ਕਿੰਨੀ ਗਹਿਰਾਈ 'ਚ ਜਾਣਾ ਪੈਂਦਾ ਸਾਨੂੰ ਸਾਰੀਆਂ ਗੱਲਾਂ ਸਮਝਣ ਦੇ ਲਈ। ਉਹਨੂੰ ਸਾਨੂੰ ਦਰਸ਼ਨ ਦੇ ਵਿੱਚੋਂ ਜਾਣਾ ਨਿਕਲਣਾ ਪੈਂਦਾ ਹੈ। ਤਾਂ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਲੋਕਾਂ ਨੇ ਸੋਚਣਾ ਸ਼ੁਰੂ ਕੀਤਾ, ਖੋਜਣਾ ਸ਼ੁਰੂ ਕੀਤਾ, ਮੰਥਨ ਕਰਨਾ ਸ਼ੁਰੂ ਕੀਤਾ, ਚਿੰਤਨ ਕਰਨਾ ਸ਼ੁਰੂ ਕੀਤਾ। ਔਰ ਉਹਨਾਂ ਦੇ ਜੋ ਆਪਣੇ ਤਜਰਬੇ ਨਿਕਲੇ ਉਹਨਾਂ ਨੇ ਉਹ ਸਾਰੇ ਬਿਆਨ ਕਰਨੇ ਸ਼ੁਰੂ ਕੀਤੇ। ਫਿਰ ਜਿਵੇਂ ਵਿੱਚੋਂ ਆ ਗਿਆ ਵੀ ਭਾਈ ਇਹ ਜਿਹੜੀ ਮਾਇਆ ਤਾਂ ਸਾਰੀ ਮਾਇਆ ਹੈ, ਜਿਹੜਾ ਸਾਡੇ ਸਮਾਜ ਹੈ, ਸ੍ਰਿਸ਼ਟੀ ਹੈ, ਇਹ ਤਾਂ ਸਾਰੀ ਮਾਇਆ ਹੈ, ਝੂਠ ਹੈ, ਫਰੇਬ ਹੈ, ਇਹ ਸੱਚਾ ਸਿਰਫ ਈਸ਼ਵਰ ਹੈ। ਯਾਨੀ ਈਸ਼ਵਰ ਦਾ ਮਤਲਬ ਜਿਹੜੀ ਇੱਕ ਯੂਨੀਵਰਸਲ ਅਪਰੋਚ ਹੈ ਉਹੀ ਟਰੁੱਥ ਹੈ। ਬਾਕੀ ਸਾਰੀ ਜਿਹੜੀ ਅਪਰੋਚ ਹੈਗੀਆਂ ਸਾਨੂੰ ਸੈਗਮੈਂਟ ਦੇ ਵਿੱਚ ਦਿਖਾਈ ਦਿੰਦੀਆਂ, ਇਹ ਟਰੁੱਥ ਨਹੀਂ ਹੈਗੀਆਂ। ਫਿਰ ਕਿਸੇ ਨੇ ਕਿਹਾ ਨਹੀਂ, ਸੱਚਾਈ ਇਹ ਵੀ ਹੈ ਕਿਉਂਕਿ ਹੈਗੀਆਂ, ਲੇਕਿਨ ਇਹ ਛੋਟੀ ਸੱਚਾਈ ਹੈ। ਅਲਟੀਮੇਟ ਟਰੁੱਥ ਜਿਹੜਾ ਹੈਗਾ ਉਹ ਗੋਡ ਹੈ। ਤਾਂ ਉਹਨੂੰ ਕਿਸੇ ਨੇ ਗੋਡ ਦਾ ਨਾਂ ਦਿੱਤਾ, ਕਿਸੇ ਨੇ ਉਸਨੂੰ ਪ੍ਰਕਿਰਤੀ ਦਾ ਨਾਂ ਦਿੱਤਾ, ਕਿਸੇ ਨੇ ਉਸਨੂੰ ਪਰਮਾਤਮਾ ਦਾ ਨਾਂ ਦਿੱਤਾ। ਪਰਮਾਤਮਾ ਦਾ ਮਤਲਬ ਪਰਮ ਆਤਮਾ, ਆਤਮਾ ਦਾ ਵੱਡਾ ਸਰੂਪ, ਬੜਾ ਸਰੂਪ ਪਰਮ, ਉਹਨੂੰ ਕਿਹਾ ਪਰਮਾਤਮਾ ਦਾ ਨਾਮ ਦਿੱਤਾ। ਤਾਂ ਇਹ ਸਾਰੀਆਂ ਚੀਜ਼ਾਂ ਬੇਟਾ ਉਹਦੇ 'ਚ ਚੱਲੀਆਂ। ਆਸ਼ਰਮ ਵਿਵਸਥਾ ਦੀ ਗੱਲ ਅਸੀਂ ਬੇਟਾ ਪਹਿਲੇ ਕੀਤੀ ਹੈ। ਇਸੇ ਤਰੀਕੇ ਦੇ ਨਾਲ ਧਾਰਮਿਕ ਜਿਹੜੀਆਂ ਵਿਵਸਥਾਵਾਂ ਚੱਲੀਆਂ ਸ਼ੁਰੂ ਹੋਈਆਂ। ਤਾਂ ਇਹ ਉਸ ਵੇਲੇ ਦੇ ਧਰਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀਆਂ। ਔਰ ਜਿੱਥੋਂ ਤੱਕ ਬੇਟਾ ਆਰਥਿਕ ਵਿਵਸਥਾ ਦਾ ਸੰਬੰਧ ਹੈ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਖੇਤੀਬਾੜੀ ਉਹੀ ਰਹਿਣੀ ਹੈ, ਲੇਕਿਨ ਉਹਦੇ 'ਚ ਕੁਝ ਨਵੀਆਂ ਟੈਕਨੀਕਸ ਆਈਆਂ। ਪਸ਼ੂ ਪਾਲਣ ਉਹੀ ਰਹਿਣਾ ਜਿਹਨਾਂ ਨੂੰ ਉਹ ਪਾਲਦੇ ਸਨ, ਜਿਵੇਂ ਭੇਡ, ਬੱਕਰੀ, ਗਊ, ਬਲਦ, ਬੈਂਸ, ਘੋੜਾ, ਹਾਥੀ ਵਗੈਰਾ। ਵਪਾਰ ਦੇ ਸਾਧਨ ਉਹੀ ਰਹੇ, ਲੇਕਿਨ ਹੁਣ ਕੁਝ ਸਿੱਕੇ ਪ੍ਰਚਲਿਤ ਹੋਣਾ ਸਟਾਰਟ ਹੋ ਗਏ ਜਿਹੜੇ ਪਹਿਲਾਂ ਨਹੀਂ ਸੀਗੇ। ਉਹਨਾਂ ਦੇ ਜਿਹੜੇ ਆਰੰਭਿਕ ਕੁਝ ਸਿੱਕੇ ਨੇ ਉਹ ਅਸੀਂ ਤਿੰਨ ਤਰ੍ਹਾਂ ਦੇ ਦੇਖਦੇ ਹਾਂ: ਨਿਸ਼ਕ, ਸ਼ਤਮਾਨ, ਕ੍ਰਿਸ਼ਮਾਨ, ਜਿਨ੍ਹਾਂ ਨਾਲ ਵਪਾਰ ਜਿਹੜਾ ਹੈਗਾ ਉਹ ਕੀਤਾ ਜਾਂਦਾ ਸੀ। ਹੁਣ ਵਪਾਰ ਕਿਉਂਕਿ ਸਮਰਾਜ ਵੱਡੇ ਹੋ ਗਏ, ਸਮੁੰਦਰ ਦੇ ਕੰਢੇ ਤੱਕ ਪਹੁੰਚ ਗਏ, ਤਾਂ ਸਮੁੰਦਰ ਦੇ ਰਾਹੀਂ ਵਪਾਰ ਵੀ ਹੋਣਾ ਸ਼ੁਰੂ ਹੋ ਗਿਆ, ਜਦ ਕਿ ਪਹਿਲਾਂ ਉਸ ਦੀ ਵਿਵਸਥਾ ਨਹੀਂ ਸੀਗੀ। ਔਰ ਜਦੋਂ ਹੁਣ ਤੁਹਾਡੇ ਸਮਰਾਜ ਵੱਡੇ ਹੋ ਗਏ, ਖਪਤ ਵੱਧ ਗਈ, ਰਿਕੁਆਇਰਮੈਂਟ ਵੱਧ ਗਈ, ਤਾਂ ਉਦਯੋਗ ਧੰਦੇ ਵੀ ਵੱਡੇ ਹੋਣੇ ਸ਼ੁਰੂ ਹੋ ਜਾਂਦੇ। ਕੁਮਾਰ ਦਾ ਵਪਾਰ ਵੀ ਵੱਡਾ ਹੋ ਗਿਆ, ਠੀਕ ਹੈ, ਤਰਖਾਣ ਦਾ ਵੀ ਵੱਡਾ ਹੋ ਗਿਆ, ਲੋਹਾਰ ਦਾ ਵੀ ਵੱਡਾ ਹੋ ਗਿਆ, ਠੀਕ ਹੈ। ਕਿਉਂਕਿ ਪਹਿਲਾਂ ਜੇ ਤੁਸੀਂ 50 ਚੀਜ਼ਾਂ ਘੜੇ ਬਣਾਉਂਦੇ ਸੀ ਔਰ 500 ਬਣਾਉਣਾ ਤੇ ਨਾਓ ਯੂ ਨੀਡ ਮੋਰ ਪਾਵਰ, ਕਈ ਬੰਦੇ ਜੁੜਨਗੇ ਤੁਹਾਡੇ ਦੇ ਨਾਲ। ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਸੀ ਉਦਯੋਗ ਧੰਦਿਆਂ ਦਾ ਵੱਡਾ ਪੱਧਰ ਆ ਗਿਆ। ਔਰ ਈਵਨ ਚਮੜੇ ਅਤੇ ਸੋਨੇ ਦੀਆਂ ਚੀਜ਼ਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ।
ਆਵਾਜਾਈ ਦੇ ਸਾਧਨ ਵੀ ਵਿਕਸਿਤ ਹੁੰਦੇ ਆ ਉਹਦੇ ਨਾਲ, ਕਿਉਂਕਿ ਜਦੋਂ ਤੁਸੀਂ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣਾ ਹੈ ਤਾਂ ਤੁਹਾਡੇ ਕੋਲੇ ਆਵਾਜਾਈ ਦੇ ਸਾਧਨ ਚਾਹੀਦੇ। ਆਵਾਜਾਈ ਦੇ ਸਾਧਨਾਂ ਦਾ ਮਤਲਬ ਉਸ ਸਮੇਂ ਦੇ ਵਿੱਚ ਕਿਹੜਾ ਆਵਾਜਾਈ ਦਾ ਸਾਧਨ ਹੈ। ਜਿਵੇਂ ਉਸ ਸਮੇਂ ਦੇ ਵਿੱਚ ਆਵਾਜਾਈ ਦਾ ਸਾਧਨ ਕੀ ਹੈ, ਓਨਲੀ ਰੋਡ ਐਂਡ ਸੀ। ਰੋਡ ਦੇ ਵਿੱਚ ਮਤਲਬ ਕੀ ਹੈ, ਸੜਕ ਤੇ ਜਾਣਾ ਹੈ, ਘੋੜੇ ਹੋਣਗੇ, ਬੈਲ ਗਾੜੀਆਂ ਹੋਣਗੀਆਂ, ਪੈਦਲ ਜਾਓਗੇ। ਇਹ ਸਾਧਨ ਉੱਥੇ ਡਿਵੈਲਪ ਹੋਣਾ ਸਟਾਰਟ ਹੋਏ। ਤੇ ਜਦੋਂ ਸਮੁੰਦਰ ਰਾਹੀਂ ਜਾਣਾ ਤਾਂ ਛੋਟੇ ਛੋਟੇ ਜਹਾਜ਼ ਜਿਹੜੇ ਸੀਗੇ ਉਹ ਡਿਵੈਲਪ ਹੋਣਾ ਸਟਾਰਟ ਹੋਏ। ਤੇ ਜਦੋਂ ਤੁਸੀਂ ਇਹ ਚੀਜ਼ਾਂ ਅਪਣਾਉਂਦੇ ਹੋ ਤਾਂ ਨਵੀਆਂ ਟੈਕਨੀਕਸ ਆਉਂਦੀਆਂ ਨੇ। ਨਵੀਂ ਟੈਕਨੀਕ ਦੀ ਕਿਉਂ ਲੋੜ ਪੈਂਦੀ ਹੈ? ਤਾਂ ਕਿ ਇਹ ਸੁਸਾਇਟੀ ਹਮੇਸ਼ਾ ਮਜ਼ਬੂਤ ਤੋਂ ਮਜ਼ਬੂਤ ਚੀਜ਼ ਬਣਾ ਕੇ ਲੈ ਕੇ ਆਉਂਦੀ ਹੈ, ਤੇ ਇਸ ਕਰਕੇ ਨਵੀਆਂ ਧਾਤੂਆਂ ਦਾ ਪ੍ਰਯੋਗ ਹੋਣਾ ਸਟਾਰਟ ਹੋ ਗਿਆ। ਤਾਂ ਕਿ ਉਹਨਾਂ, ਜਿਵੇਂ ਤੁਸੀਂ ਬੇਟਾ ਦੇਖੋ ਪਹਿਲਾਂ ਤਾਂਬਾ ਸੀ, ਠੀਕ ਹੈ, ਤਾਂਬਾ ਤਾਂ ਸੁਣਿਆ ਤੁਸੀਂ, ਲੋਹਾ ਵੀ ਸੁਣਿਆ। ਤੇ ਇੱਕ ਚੀਜ਼ ਹੋਰ ਹੈ, ਉਹਨੂੰ ਬੇਟਾ ਅਸੀਂ ਕੀ ਕਹਿੰਦੇ ਨੇ, ਕਾਂਸਿਆ। ਜਾਂ ਕਾਂਸੇ ਛੱਡੋ, ਤੁਸੀਂ ਘਰਾਂ ਦੇ ਵਿੱਚ ਬੇਟਾ ਆਮ ਤੌਰ ਦੇ ਉੱਤੇ ਪੀਪੇ ਦੇਖਦੇ ਹੋ, ਪੁਰਾਣੀਆਂ ਪੇਟੀਆਂ ਹੁੰਦੀਆਂ ਸੀ, ਟਰੰਕ ਹੁੰਦੇ ਸੀ, ਉਹ ਕਾਹਦੇ ਬਣੇ? ਤਾਂਬੇ ਦੇ, ਲੋਹੇ ਦੇ, ਕਿਸ ਚੀਜ਼ ਦੇ ਬਣੇ ਆ? ਟੀਨ ਦੇ। ਤੇ ਟੀਨ ਕਿਤੋਂ ਵੀ ਓਰੀਜਨਲ ਨਹੀਂ ਮਿਲਦੀ। ਟੀਨ ਜ਼ਮੀਨ ਚੋਂ ਨਹੀਂ ਨਿਕਲਦੀ, ਜਿਵੇਂ ਲੋਹਾ ਜ਼ਮੀਨ ਚੋਂ ਨਿਕਲਦਾ ਹੈ, ਤਾਂਬਾ ਲੋਹੇ ਜ਼ਮੀਨ ਚੋਂ ਨਿਕਲਦਾ ਹੈ। ਤੇ ਟੀਨ ਕਿੱਥੋਂ ਨਿਕਲਦੀ ਹੈ? ਤੇ ਟੀਨ ਮਿਕਸ ਕਰਕੇ ਬਣਾਈ ਜਾਂਦੀ ਹੈ। ਜਦੋਂ ਮਿਕਸ ਕਰਨ ਦੀ ਇਹਦਾ ਮਤਲਬ ਕਲਾ ਉਹਨਾਂ ਨੇ ਸਿੱਖ ਲਈ, ਉਹ ਡਿਵੈਲਪ ਹੋ ਗਈ, ਉਹਨਾਂ ਦੇ ਹਥਿਆਰ ਉੱਥੋਂ ਬਣਨ ਲੱਗ ਗਏ, ਔਜ਼ਾਰ ਉੱਥੋਂ ਦੇ ਬਣਨ ਲੱਗ ਗਏ। ਤੇ ਜਿਹਦੇ ਨਾਲ ਉਹ ਧਾਤੂਆਂ ਦੀ ਜਿਹੜੀ ਹੈ ਜਦੋਂ ਵਿਕਸਿਤ ਹੁੰਦੀਆਂ, ਨਵੀਂ ਟੈਕਨੋਲੋਜੀ ਆਉਂਦੀ ਹੈ ਤਾਂ ਉਹਦੇ ਨਾਲ ਨਵੇਂ ਉਦਯੋਗ ਧੰਦੇ ਵੀ ਸਥਾਪਿਤ ਹੋ ਜਾਂਦੇ। ਹੁਣ ਜੇ ਬੇਟਾ ਤੁਸੀਂ ਲੋਹਾ ਪਿਘਲਾਉਣਾ ਹੈ ਤਾਂ ਤੁਹਾਨੂੰ ਭੱਠੀ ਚਾਹੀਦੀ ਹੈ। ਉਸ ਭੱਠੀ 'ਚ ਟੈਂਪਰੇਚਰ 1000 ਡਿਗਰੀ ਤੱਕ ਚਾਹੀਦਾ ਹੈ, 500 ਡਿਗਰੀ ਤੱਕ ਚਾਹੀਦਾ, 100 ਡਿਗਰੀ ਤੇ ਤਾਂ ਪਾਣੀ ਉਬਲ ਜਾਂਦਾ। ਤੇ ਇਹਦਾ ਮਤਲਬ ਉਹ ਭੱਠੀ ਦੇ ਆਲੇ ਦੁਆਲੇ ਜਿਹੜੀ ਤੁਸੀਂ ਕੋਈ ਚੀਜ਼ ਬਣਾਓਗੇ ਉਹ ਇੰਨੀ ਮਜ਼ਬੂਤ ਬਣਾਓਗੇ ਕਿ 2000 ਡਿਗਰੀ ਟੈਂਪਰੇਚਰ ਤੇ ਵੀ ਉਹ ਨਾ ਉਬਲੇ। ਕਾਗਜ਼ ਦੇ ਟੁਕੜੇ 'ਚ ਦਾਲ ਪਾ ਕੇ ਉਬਾਲੋਗੇ, ਸੜ ਜੂਗਾ। ਭਾਂਡਾ ਚਾਹੀਦਾ ਹੈ, ਉਹ ਭਾਂਡਾ ਚਾਹੀਦਾ ਜਿਹਦੇ ਥੱਲੇ ਅੱਗ ਬਲਦੀ ਰਹੇ ਤੇ ਭਾਂਡੇ ਨੂੰ ਅੱਗ ਨਾ ਲੱਗੇ। ਭਾਂਡਾ ਗਰਮ ਹੋ ਜਾਏ ਪਰ ਅੱਗ ਨਾ ਲੱਗੇ, ਸੜੇ ਨਾ, ਛੇਦ ਨਾ ਹੋਵੇ। ਐਦਾਂ ਹੀ ਉਹ ਮਿੱਟੀ ਦੇ ਬੰਨੇ ਸਟਾਰਟ ਹੋਏ ਵੀ ਜਿੰਨੀ ਦੇਰ ਮਰਜ਼ੀ ਬਾਲੀ ਜਾਓ, ਭਾਂਡਾ ਗਰਮ ਹੋਊਗਾ, ਉਹਦੇ ਵਿੱਚ ਪਈ ਚੀਜ਼ ਉਬਲ ਜਾਊ, ਲੇਕਿਨ ਉਹਨੂੰ ਨੁਕਸਾਨ ਨਹੀਂ ਹੋਊਗਾ। ਔਰ ਤੁਸੀਂ ਅਜੇ ਵੀ ਦੇਖੋਗੇ ਪਿੰਡਾਂ ਦੇ ਵਿੱਚ ਤਾਂ ਚੀਜ਼ਾਂ ਅਵੇਲੇਬਲ ਨੇ, ਭੜੋਲੀਆਂ ਹਜੇ ਵੀ ਚੱਲਦੀਆਂ। ਜਿਹਨੇ ਪੁਰਾਣੇ ਸਮੇਂ 'ਚ ਦਾਲ ਰੱਖ ਦਿੰਦੇ ਸੀ, 3-3 4-4 ਘੰਟੇ ਚੱਲੀ ਜਾਂਦੀ ਸੀ, ਬੋਇਲ ਹੁੰਦੀ ਰਹਿੰਦੀ ਸੀ। ਤਾਂ ਇਸ ਤਰੀਕੇ ਦੀਆਂ ਚੀਜ਼ਾਂ, ਭਵਨ ਨਿਰਮਾਣ ਕਲਾਵਾਂ ਉਸ ਤਰੀਕੇ ਦੀਆਂ ਡਿਵੈਲਪ ਹੋਣੀਆਂ ਸਟਾਰਟ ਹੋਈਆਂ। ਤਾਂ ਇਹ ਸਾਨੂੰ ਉਸ ਵੇਲੇ ਦੀ ਆਰਥਿਕ ਦਸ਼ਾ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਇਹਦੇ 'ਚ ਬੇਟਾ ਸਮਝਣ ਦੇ ਲਈ ਤੁਸੀਂ ਸਿਰਫ 2 ਗੱਲਾਂ ਕਰਨੀਆਂ ਹੈ, ਬਾਕੀ ਚੀਜ਼ਾਂ ਕਿਉਂਕਿ ਸਾਰੀਆਂ ਸੇਮ ਰਹਿਣੀਆਂ ਦੇ ਵਿੱਚ। ਜਦੋਂ ਤੁਸੀਂ ਰਿਗ ਵੈਦਿਕ ਕਾਲ ਪੜ੍ਹ ਲਓਗੇ ਤਾਂ ਰਿਗ ਵੈਦਿਕ ਕਾਲ ਦੇ ਪੁਆਇੰਟਸ ਨੋਟ ਕਰ ਲੈਣੇ। ਉਹਦੇ ਸਾਹਮਣੇ ਪੇਜ ਦੇ ਉੱਤੇ ਉਹਨੂੰ ਪੂਰਾ ਉੱਤਰ ਵੈਦਿਕ ਕਾਲ ਲਿਖਣ ਦੀ ਲੋੜ ਨਹੀਂ ਹੈ। ਹਰ ਪੁਆਇੰਟ ਦੇ 10-10 ਪੁਆਇੰਟ ਲਿਖ ਲੈਣੇ ਆ ਵੀ ਇਹ ਕੀ ਤਬਦੀਲੀਆਂ ਆਈਆਂ। ਜਿਵੇਂ ਮੰਨ ਲਓ ਰਾਜਨੀਤਿਕ ਤੌਰ ਤੇ ਮੈਂ ਦੁਬਾਰਾ ਸਮਝਾ ਦਿੰਦਾ, ਅਸੀਂ ਲਿਖਦੇ ਹਾਂ ਕਿ ਛੋਟੇ ਕਬੀਲੇ ਸਨ, ਤਾਂ ਦੂਜੇ ਪਾਸੇ ਕੀ ਆ ਜਾਏਗਾ? ਵੱਡੇ ਸਮਰਾਜ। ਅਸੀਂ ਉਹਦੇ 'ਚ ਕਹਿੰਦੇ ਹਾਂ ਕਿ ਖੇਤੀਬਾੜੀ ਵਿਵਸਥਾ ਸੀ, ਅਸੀਂ ਉੱਤੇ ਲਿਖ ਦਿੰਦੇ ਹਾਂ ਵੱਡੇ ਸ਼ਹਿਰਾਂ ਦੀ ਸਥਾਪਨਾ ਹੋਣੀ ਸ਼ੁਰੂ ਹੋਈ। ਰਾਜਿਆਂ ਦੇ ਉੱਤੇ ਸਭਾ ਸਮਿਤੀ ਦਾ ਕੰਟਰੋਲ ਸੀ, ਅਸੀਂ ਕਹਿੰਦੇ ਹਾਂ ਰਾਜੇ ਜ਼ਿਆਦਾ ਤਾਕਤਵਰ ਹੋ ਗਏ, ਸਭਾ ਸਮਿਤੀ ਦੀ ਤਾਕਤਾਂ ਘਟ ਗਈਆਂ, ਰਾਜੇ ਦੇ ਕੋਲੇ ਸਾਰੇ ਅਧਿਕਾਰ ਚਲੇ ਗਏ। ਮੰਤਰੀਆਂ ਨੂੰ ਨਿਯੁਕਤੀ ਦਾ, ਮੰਤਰੀਆਂ ਨੂੰ ਹਟਾਉਣ ਦਾ, ਕਾਨੂੰਨ ਨੂੰ ਬਣਾਉਣ ਦਾ, ਕਾਨੂੰਨ ਨੂੰ ਲਾਗੂ ਕਰਨ ਦਾ, ਕਾਨੂੰਨ ਨੂੰ ਤਬਦੀਲ ਕਰਨ ਦਾ, ਕਿਸੇ ਨੂੰ ਸਜ਼ਾ ਦੇਣ ਦਾ, ਕਿਸੇ ਦੀ ਸਜ਼ਾ ਮਾਫ ਕਰਨ ਦਾ, ਇਹ ਪੁਆਇੰਟਸ ਲਿਖ ਲੈਣੇ। ਤਾਂ ਉਹਦੇ ਨਾਲ ਕੀ ਹੋਗਾ ਕਿ ਪਿਛਲਾ ਵੀ ਯਾਦ ਰਹੂਗਾ ਔਰ ਅਗਲਾ ਵੀ ਯਾਦ ਹੋ ਜਾਊਗਾ, ਕਿਉਂਕਿ ਸਾਨੂੰ ਇਹ ਪਤਾ ਲੱਗ ਗਿਆ ਫਰਕ ਕੀ ਹੈ, ਫਿਰ ਅਸੀਂ ਕੋਈ ਵੀ ਲਿਖ ਸਕਦੇ ਹਾਂ। ਔਰ ਜੇ ਸਾਨੂੰ ਕੱਲ੍ਹ ਨੂੰ ਫਰਕ ਪੁੱਛ ਲਿਆ ਜਾਂਦਾ ਹੈ ਤਾਂ ਅਸੀਂ ਉਹ ਡਿਫਰੈਂਸਿਸ ਉਸ ਤਰੀਕੇ ਦੇ ਨਾਲ ਮੈਂਸ਼ਨ ਕਰ ਸਕਦੇ ਹੈ। ਠੀਕ ਹੈ, ਤਾਂ ਇਸ ਟੌਪਿਕਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਬੇਟਾ ਕਰਨਾ ਹੈ। ਠੀਕ ਹੈ, ਤਾਂ ਤੁਸੀਂ ਲੇਟ ਜੁੜਦੇ ਹੋ ਬੇਟਾ ਕਲਾਸ ਦੇ ਵਿੱਚ, ਥੋੜ੍ਹਾ ਜਲਦੀ ਜੁੜਿਆ ਕਰੋ।